ਸਾਡਾ ਮਨ ਪ੍ਰਭਾਵਿਤ ਹੈ ਪਰਿਵਾਰ ਤੋਂ। ਕਿਉਂ? ਕਿਉਂਕਿ ਪਰਿਵਾਰ ਦੀ ਸਮਝ ਪੈ ਗਈ ਹੈ। ਮਨ ਪ੍ਰਭਾਵਿਤ ਹੈ, ਮਨ ਹਰ ਵੇਲੇ ਮੰਗ ਕਰਦਾ ਹੈ। ਆਪਣੇ ਪਰਿਵਾਰ ਨੂੰ ਕਦੇ ਇਹ ਤਾਂ ਨਹੀਂ ਨਾ ਕਹਿੰਦਾ ਕਿ ਭਾਈ ਜੀ ਜਰਾ ਆਵਾਜ਼ਾਂ ਵਜਾਓ, ਅੱਜ ਬੱਚਿਆਂ ਨੂੰ ਚੇਤੇ ਕਰਨਾ ਹੈ। ਨਹੀਂ, ਆਪਣੇ ਆਪ ਹੀ ਯਾਦ ਆਉਂਦੇ ਨੇ। ਕਿਉਂ? ਕਿਉਂਕਿ ਮਨ ਪ੍ਰਭਾਵਿਤ ਹੈ, ਮਨ ਮੰਗ ਕਰਦਾ ਹੈ। ਕੋਈ ਮਾਂ-ਬਾਪ ਨੂੰ ਯਾਦ ਕਰਨਾ ਹੈ, ਕੋਈ ਛੈਣੇ ਖੜਕਾਉਣ ਦੀ ਲੋੜ ਨਹੀਂ, ਤਬਲੇ ਵਜਾਉਣ ਦੀ ਲੋੜ ਨਹੀਂ, ਆਪਣੇ ਆਪ ਯਾਦ ਆਉਂਦੇ ਨੇ। ਮਨ ਪ੍ਰਭਾਵਿਤ ਹੈ, ਮਨ ਮੰਗ ਕਰਦਾ ਹੈ। ਮਨੁੱਖ ਨੂੰ ਮਾਇਆ ਦੀ ਸਮਝ ਆ ਗਈ, ਮਨ ਪ੍ਰਭਾਵਿਤ ਹੋ ਗਿਆ, ਮਨ ਹਰ ਵੇਲੇ ਮੰਗ ਕਰੀ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਹਰ ਵੇਲੇ ਯਾਦ ਆਉਂਦੀ ਹੈ, ਮਨ ਪ੍ਰਭਾਵਿਤ ਹੈ, ਮਨ ਮੰਗ ਕਰਦਾ ਹੈ। ਪਰ ਤਬਲੇ ਵਜਾਓ, ਛੈਣੇ ਖੜਕਾਓ, ਉਹ ਮਾਲਕ ਫਿਰ ਵੀ ਚੇਤੇ ਨਹੀਂ ਆਉਂਦਾ। ਕਾਰਨ ਕੀ ਹੈ? ਕਿਉਂਕਿ ਉਹਦੀ ਸਮਝ ਹੀ ਨਹੀਂ ਆਈ। ਅਜੇ ਮਨ ਪ੍ਰਭਾਵਿਤ ਨਹੀਂ ਹੋਇਆ, ਮਨ ਮੰਗ ਨਹੀਂ ਕਰਦਾ। ਦੂਰ ਕਿਉਂ ਜਾਓ? ਤੁਸੀਂ ਕੋਈ ਅਖਬਾਰ ਪੜ੍ਹਦੇ ਹੋ ਨਾ, ਕੋਈ ਨਾਵਲ ਪੜ੍ਹਦੇ ਹੋ, ਤੇ ਤੁਹਾਡਾ ਧਿਆਨ ਪੂਰਨ ਤੌਰ ਤੇ ਉਹਦੇ ਵਿੱਚ ਕਨਸੈਂਟਰੇਟ ਹੋਵੇਗਾ। ਪਰ ਮਾਫ ਕਰਨਾ, ਕਿਤੇ ਬਹਿ ਜਾਓ ਗੁਟਕਾ ਲੈ ਕੇ ਪਾਠ ਕਰਨ, ਫਿਰ ਵੇਖਿਓ ਮਨ ਕਿਸ ਪਾਸੇ ਨੂੰ ਦੌੜਦਾ। ਉਹ ਗੱਲਾਂ ਯਾਦ ਆਉਣਗੀਆਂ ਜਿਹੜੀਆਂ ਕਦੇ ਚੇਤੇ ਹੀ ਨਹੀਂ ਆਈਆਂ। ਉਹ ਕੰਮ ਯਾਦ ਆਉਣਗੇ ਜਿਹੜੇ ਕਦੇ ਯਾਦ ਹੀ ਨਹੀਂ ਆਏ। ਮਨ ਬਾਰ-ਬਾਰ ਵਿੱਚੋਂ ਨਿਕਲ ਕੇ ਦੌੜੇਗਾ। ਕਾਰਨ ਕੀ ਹੈ? ਕਿ ਮਨ ਪ੍ਰਭਾਵਿਤ ਨਹੀਂ ਹੋ ਰਿਹਾ, ਮਨ ਮੰਗ ਨਹੀਂ ਪਿਆ ਕਰਦਾ। ਮਨ ਵਿੱਚੋਂ ਬਾਰ-ਬਾਰ ਨਿਕਲ ਕੇ ਦੌੜਦਾ। ਕੀ ਕਾਰਨ ਹੈ? ਸਮਝ ਨਹੀਂ ਪਈ। ਸਮਝ ਪੈ ਗਈ ਤੇ ਮਨ ਪ੍ਰਭਾਵਿਤ ਹੋ ਗਿਆ, ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ। ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਅਯਾਲੀ ਭੇਡਾਂ ਚਾਰਨ ਗਿਆ। ਭੇਡਾਂ ਚਾਰ ਕੇ ਜਦੋਂ ਵਾਪਸ ਆਇਆ ਨਾ, ਤੇ ਉਹਨੂੰ ਰਸਤੇ 'ਚ ਇੱਕ ਪੱਥਰ ਮਿਲਿਆ, ਚੁੱਕਿਆ ਤੇ ਘਰ ਲੈ ਆਇਆ। ਲਿਆ ਕੇ ਆਪਣੇ ਬੱਚਿਆਂ ਨੂੰ ਦਿੱਤਾ। ਬੱਚੇ ਬੜੇ ਖੁਸ਼ ਹੋਏ, ਉਸ ਪੱਥਰ ਦੇ ਨਾਲ ਖੇਡਣਾ ਸ਼ੁਰੂ ਕੀਤਾ। ਕਈ ਦਿਨ ਉਸ ਪੱਥਰ ਨਾਲ ਖੇਡਦੇ ਰਹੇ ਤੇ ਹੌਲੀ-ਹੌਲੀ ਬੱਚਿਆਂ ਦੇ ਮਨੋਂ ਲੈ ਗਿਆ, ਉਸ ਪੱਥਰ ਵੱਲ ਵੇਖਦੇ ਵੀ ਨਹੀਂ। ਕੁਝ ਮਹੀਨਿਆਂ ਬਾਅਦ ਇੱਕ ਵਪਾਰੀ ਆ ਗਿਆ, ਭੇਡਾਂ ਖਰੀਦਣ ਵਾਲਾ, ਤੇ ਉਸਨੇ ਪੁੱਛਿਆ, ਕਹਿਣ ਲੱਗਾ, ਮਿੱਤਰਾ ਭੇਡ ਦੀ ਕੀ ਕੀਮਤ ਹੈ? ਕਹਿਣ ਲੱਗਾ ਜੀ 2 ਰੁਪਏ। ਉਹਨੇ ਕਿਹਾ ਠੀਕ ਹੈ, 2 ਭੇਡਾਂ ਚਾਹੀਦੀਆਂ ਨੇ। 4 ਰੁਪਏ ਦਿੱਤੇ, 2 ਭੇਡਾਂ ਖਰੀਦੀਆਂ ਤੇ ਲੈ ਕੇ ਚੱਲ ਪਿਆ। ਅਜੇ ਕੁਝ ਹੀ ਕਦਮ ਗਿਆ ਸੀ ਤੇ ਇੱਕਦਮ ਨਜ਼ਰ ਪੈ ਗਈ ਉਸ ਪੱਥਰ ਤੇ। ਕਦਮ ਰੁਕੇ ਤੇ ਪੁੱਛਿਆ ਕਿ ਮਿੱਤਰਾ ਇਹ ਪੱਥਰ ਕਿੱਥੋਂ ਮਿਲਿਆ? ਕਹਿਣ ਲੱਗਾ ਜੀ 8 ਮਹੀਨੇ ਪਹਿਲਾਂ ਮੈਂ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਭੇਡਾਂ ਚਰਾਣ ਗਿਆ, ਰਸਤੇ ਵਿੱਚ ਪਿਆ, ਮੈਨੂੰ ਮਿਲ ਗਿਆ, ਮੈਂ ਘਰ ਲੈ ਆਇਆ। ਮੇਰੇ ਬੱਚਿਆਂ ਨੇ ਬੜਾ ਹੀ ਖੇਡਿਆ ਇਸ ਪੱਥਰ ਦੇ ਨਾਲ। ਜੇ ਤੈਨੂੰ ਚੰਗਾ ਲੱਗਦਾ ਨਾ ਤੇ ਤੂੰ ਲੈ ਜਾ, ਤੇਰੇ ਬੱਚੇ ਵੀ ਖੇਡ ਲੈਣਗੇ। ਉਹ ਬੰਦਾ ਸਿਆਣਾ ਸੀ ਜੀ, ਉਹਨੇ ਛੇਤੀ ਨਾਲ 100 ਰੁਪਇਆ ਕੱਢਿਆ, ਇਸ ਅਯਾਲੀ ਨੂੰ ਦਿੱਤਾ ਤੇ ਪੱਥਰ ਲੈ ਕੇ ਚਲਾ ਗਿਆ। ਮਨ ਹੀ ਮਨ ਬੜਾ ਹੱਸਿਆ ਕਿ ਬੰਦਾ ਬੜਾ ਮੂਰਖ ਹੈ। ਭੇਡ ਦੇ 2 ਰੁਪਏ ਰੋ ਕੇ ਦਿੰਦਾ ਹੈ ਤੇ ਪੱਥਰ ਦਾ 100 ਦੇ ਕੇ ਚਲਾ ਗਿਆ। ਪਰ ਕੌਣ ਦੱਸੇ? ਉਹ ਮਨੁੱਖ ਸਿਆਣਾ ਸੀ, ਉਹਨੂੰ ਸਮਝ ਸੀ। ਉਸੇ ਹੀ ਪੱਥਰ ਨੂੰ ਫਿਰ ਤਰਾਸ਼ਿਆ ਗਿਆ ਜਿਹਦਾ ਨਾਮ ਰੱਖਿਆ ਸੀ ਕੋਹੇ ਨੂਰ। ਉਹ ਹੀਰਾ ਜਿਹੜਾ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਿਹਾ, ਅੱਜ ਵੀ ਉਹ ਲੰਡਨ ਦੇ ਮਿਊਜ਼ੀਅਮ ਵਿੱਚ ਪਿਆ ਹੋਇਆ ਹੈ, ਟੁਕੜਿਆਂ ਵਿੱਚ ਵੰਡ ਦਿੱਤਾ ਹੈ। ਪਰ ਲੋਕੀ ਹਜ਼ਾਰਾਂ ਪਾਉਂਡ ਰੋਜ਼ ਟਿਕਟ ਦੇ ਖਰਚਦੇ ਨੇ ਕੇਵਲ ਉਸ ਨੂੰ ਵੇਖਣ ਵਾਸਤੇ। ਪਰ ਅਯਾਲੀ ਨੂੰ ਨਹੀਂ ਪਤਾ ਇਹਦੀ ਕੀ ਕੀਮਤ ਹੈ। ਜਿੰਨਾ ਚਿਰ ਸਾਨੂੰ ਸਮਝ ਨਹੀਂ ਨਾ, ਉਹਨਾਂ ਚਿਰ ਸਾਡੇ ਵਾਸਤੇ ਸਭ ਕੁਝ ਹੀ ਤੁੱਛ ਹੈ। ਪਰ ਜਿਸ ਦਿਨ ਉਸ ਚੀਜ਼ ਦੀ ਸਮਝ ਆ ਜਾਏ, ਮਨ ਪ੍ਰਭਾਵਿਤ ਹੋਵੇਗਾ, ਫਿਰ ਮਨ ਉਹਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ। ਉਨੀ ਦੇਰ ਮਨ ਟਿਕਦਾ ਨਹੀਂ। ਇੱਕ ਬਜ਼ੁਰਗ ਬਾਬਾ ਜੀ 5 ਘੰਟੇ ਨਿਤਨੇਮ ਕਰਨ, 5 ਘੰਟੇ। ਤੇ ਮੈਂ ਪੁੱਛ ਲਿਆ, ਬਾਪੂ ਜੀ ਕਿੰਨੀਆਂ ਬਾਣੀਆਂ ਪੜ੍ਹਦੇ ਹੋ? ਮੈਨੂੰ ਹੱਸ ਕੇ ਕਹਿਣ ਲੱਗੇ, ਕੱਲਾ ਜਪਜੀ ਸਾਹਿਬ ਹੀ ਪੜ੍ਹਦਾ। ਮੈਂ ਕਿਹਾ ਹੱਦ ਹੋ ਗਈ, ਕੱਲਾ ਜਪਜੀ ਸਾਹਿਬ ਤੇ 5 ਘੰਟੇ? ਇਹ ਤੇ 10-12 ਮਿੰਟਾਂ 'ਚ ਪੜ੍ਹ ਲੈਂਦੇ ਨੇ ਸਾਰੇ।
क्योंकि असी तो उधरों इशनान करना शुरू कर लेने, उधरों जपजी साहब शुरू हो गया, उधरों कपड़े पा लए, उधरों खेती छुट्टी ना। पर सानू ये ना समझ आई कि गुरु नानक ने जपजी साहब विच आख्या की केवल तुहाडी नहीं, मेरी नहीं, सारिਆਂ ਦੀ अवस्था है। असी जबान नाल बाणी पढ़ने आ, मन साडा किते होर हुंदा ते कई बारी पता ही नहीं लगता किहड़े वेले जपजी साहब का पाठ करदियां करदियां सुण वड्डा आखे सब कोई विचों ही शुरू हो जाता सोदर दा, ते कई बारी सोदर दा करदियां करदियां मुंदा संतोख सनपत झोली कदों शुरू हो गया नहीं पता लगता, क्योंकि मन करके नहीं, असी ते केवल तन करके पाठ कर रहे हैं, मन ते विच है ही नहीं है। ते सुनाना किनू है? मन नूं। पूजा पाठ किस वास्ते है? मन वास्ते। कीर्तन किदे वास्ते है? मन वास्ते। गुरु हर राय पातशाह जी नूं ना सिखां ने बेनती कीती, पातशाह तुसीं कहंदे हो मन नूं जगाना है, ते की पता लगदा है मन कदों जागया? कोई निशानी है पता लग जाए कि मन जाग गया? ते मेरे पातशाह जी बड़ा प्यारा बचन करते ने, कहते ने हाँ एक निशानी है जिहदे तो पता लगदा है कि मन जाग गया। पातशाह कृपा करके दसो। ते मेरे साहब कहते ने मन जागे की ये निशानी, मीठी लागे प्रिय की बाणी। जिस दिन प्यारे दी बाणी मिठी लगन लग पई ना, समझ लेना कि अज मन जाग गया। ते साडी पता की हालत है, मैं माफी पहला मंग लवां, जे कोई बंदा पाठ करदा होवे ना जी, उहदे कोल दूजा बैठण लई तैयार नहीं जे हुंदा, ते जे किते दो बंदे बाहर एक दूजे नाल गालां कढदे होण, ते जिन्ने मर्जी जरूरी काम लगा होवे सब कोई सुट के भज के जाएगा वेखण वास्ते। ते जे कि भले मानस ने अगों उन्हां नूं पहिलां ही छडा दिता, फिर जिहड़ी ओहदी हालत हुंदी है ना कि मैं गया ते है सा, मेरे तो ते पहले ही काम मुक गया, भी भलिया तू की वेखना चाहता सी। ये मनुख की अवस्था है। सानू निंदिया चुगली चंगी लगदी है, सानू अजे लच्चर गाने चंगे लगते ने, उस मालिक की बाणी चंगी नहीं लगती। कारण की है कि अजे मन प्रभावित नहीं, मन मंग नहीं करता। सुनाना है मन नूं। तो कहन लगे कि जदों मैं पाठ शुरू करना ना, ते पता नहीं लगता किहड़े वेले मन विचों निकल के दौड़ जाता है। मैनू फिर याद आउंदा कि इत्थों को मन उखड़िया सी, मैं दोबारा फिर उत्थों ही शुरू कर देना, ते करदियां करदियां मैनू 5 घंटे लगते ने जपजी साहब का पाठ करदे। इस मन नूं सुनाना सी, किते मन जाग जाए। असी तो जदों किते अखंड पाठ साहब रखाइए ना, मैं बड़े कंट्रियां च जाण दा मौका मिलिया। गुरु दे शब्द दा सदका, मेरी अपनी कोई औकात नहीं, सिर्फ गुरु दे शब्द दा सदका घट्टो घट्ट 34-35 कंट्रियां विच जाण दा मौका मिलिया। पर जिहड़ी साडी हालत है ना जी, इत्थे भी होई है ते बाहर भी होई है। देश छोड़ परदेसे धाया, पंच चंडाल नाल ही ले आया। जिहड़ियां भैड़ियां वादियां इत्थे सन उत्थे भी ने। असी ते जपजी साहब दा पाठ शुरू हुंदा जदों अखंड पाठ रखाने आ, भाई जी ने 5 पौड़ियां जपजी साहब दियां पढ़ के जदों देग वरता दी ना, फिर तो कोई विरला ही माई दा ला ले जिहड़ा अंदर बह के पाठ सुण। असी बाहर बह के रिश्तेदारां नाल बड़ियां गप्पां मारांगे, पर अंदर बैठण लई कोई तैयार नहीं जे हुंदा। ते फिर करदे पता की आ, विदेशां विच मैं वेख्या उत्थे उन्हां ने पानी दीयां बोतलां रखियां हुंदियां गुरु ग्रंथ साहब दे थल्ले, ते असी वड्डा सारा जग भर के रखिया हुंदा। जे पुछिए ना क्यों रखिया, कहणगे जी 3 दिन बाणी पढ़ी जानी है, पानी अमृत हो जाना। 3 दिन बाणी पढ़ी जाएगी तो पानी अमृत हो जाएगा। इहदे विच वैसे कोई दो रामा नहीं। जिहड़ी बाणी है ना जी, बाणी हर चीज ते असर करदी है, और सब तो ज्यादा असर पानी ते करदी है। जदों अमृत दा बाटा तैयार हुंदा उदों की हुंदा, पानी दे उत्ते बाणी पढ़ी गई ते अमृत तैयार हो गया। ईवन के बनस्पति ते भी असर करदी है। इंग्लैंड विच मैं वेख्या कि गुरमुख प्यारे ने फुल लाए ते फुल्लां चों सुगंधी बड़ी, पर वो धरती ऐसी है कि उत्थे
ਫੁੱਲਾਂ ਵਿੱਚੋਂ ਸੁਗੰਧੀ ਨਹੀਂ ਆਉਂਦੀ, ਜਿੰਨੇ ਮਰਜ਼ੀ ਵਧੀਆ ਹੋ। ਜ਼ਮੀਨ ਦੀ ਤਾਸੀਰ ਐਸੀ ਹੈ, ਫੁੱਲਾਂ ਵਿੱਚੋਂ ਸੁਗੰਧੀ ਨਹੀਂ ਆਏ। ਪਰ ਹੈਰਾਨਗੀ ਹੋਈ ਕਿ ਬੜੀ ਪਿਆਰੀ ਸੁਗੰਧੀ ਆ ਰਹੀ ਸੀ। ਮੈਂ ਪੁੱਛ ਲਿਆ, ਮੈਂ ਕਿਹਾ ਸਰਦਾਰ ਜੀ, ਇਹ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਲਿਆ ਕੇ ਬੀਜ ਬੀਜਿਆ? ਇਹ ਕੋਈ ਸਪੈਸ਼ਲ ਬੀਜ ਹੈ? ਇਹਨਾਂ ਵਿੱਚੋਂ ਸੁਗੰਧੀ ਕਿਉਂ, ਬਾਕੀ ਫੁੱਲਾਂ ਚੋਂ ਨਹੀਂ? ਤੇ ਉਹਨੇ ਬੜਾ ਪਿਆਰਾ ਜਵਾਬ ਦਿੱਤਾ। ਕਹਿਣ ਲੱਗਾ, ਗਿਆਨੀ ਜੀ, ਬੀਜ ਤੇ ਮੈਂ ਇੱਥੋਂ ਲੈ ਕੇ ਲਾਏ ਨੇ, ਪਰ ਹਕੀਕਤ ਇਹ ਹੈ ਕਿ ਮੈਂ 2 ਘੰਟੇ ਇਹਨਾਂ ਨੂੰ ਰੋਜ਼ ਗੁਰਬਾਣੀ ਸੁਣਾਉਂਦਾ, ਤੇ ਗੁਰਬਾਣੀ ਦਾ ਸਦਕਾ ਇਹਨਾਂ ਵਿੱਚੋਂ ਵੀ ਸੁਗੰਧੀ ਆਉਂਦੀ ਹੈ। ਤੇ ਮੈਂ ਹੈਰਾਨ ਹੋ ਗਿਆ ਕਿ ਕਮਾਲ ਦੀ ਗੱਲ ਹੈ, ਬਨਸਪਤੀ ਤੇ ਅਸਰ ਹੈ ਬਾਣੀ ਦਾ, ਪਾਣੀ ਤੇ ਅਸਰ ਹੈ, ਪਰ ਪ੍ਰਾਣੀ ਤੇ ਅਸਰ ਨਹੀਂ ਹੁੰਦਾ। ਪ੍ਰਾਣੀ ਤੇ ਪਤਾ ਕਿਉਂ ਨਹੀਂ ਹੁੰਦਾ? ਕਿਉਂਕਿ ਪ੍ਰਾਣੀ ਕੋਲ ਟਾਈਮ ਹੀ ਕੋਈ ਨਹੀਂ ਬਾਣੀ ਸੁਣਦਾ। ਅਸੀਂ ਤੇ ਆਪਣੇ ਥਾਂ ਪਾਣੀ ਰੱਖਿਆ ਕਿ ਲੈ ਤੂੰ ਬਾਣੀ ਸੁਣ, ਤੀਜੇ ਦਿਨ ਤੈਨੂੰ ਪੀ ਲਾਂਗੇ, ਸਾਡਾ ਵੀ ਕੰਮ ਮਸਲਾ ਹੱਲ ਹੋ ਜਾਏਗਾ। ਨਹੀਂ ਪਿਆਰਿਓ, ਇਹ ਗੱਲਾਂ ਉਦੋਂ ਨੇ ਜਿੰਨਾ ਚਿਰ ਸਾਡਾ ਬਾਣੀ ਨਾਲ ਪਿਆਰ ਨਹੀਂ ਬਣਿਆ। ਜਿਨ੍ਹਾਂ ਦਾ ਬਾਣੀ ਨਾਲ ਪਿਆਰ ਬਣ ਗਿਆ ਨਾ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਤੇ ਫਿਰ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪਿਰਿਆ ਤੁਧ ਭਗਵੰਤਾ। ਉਹਨਾਂ ਕੋਲੋਂ ਵਿਛੋੜਾ ਸਹਿਣ ਨਹੀਂ ਹੁੰਦਾ, ਜਿਨ੍ਹਾਂ ਨੂੰ ਬਾਣੀ ਦੀ ਸਮਝ ਆ ਗਈ। ਮਾਫ ਕਰਨਾ, ਹੁਣ ਅਸੀਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨੇ ਆ। ਉਂਝ ਤਾਂ ਸਾਰੀ ਬਾਣੀ ਜਿਹੜੀ ਹੈ ਨਾ ਜੀ, ਇਹਦੇ ਵਿੱਚ ਸਵਾਲ ਵੀ ਨੇ ਤੇ ਜਵਾਬ ਵੀ ਤੁਹਾਨੂੰ ਵਿੱਚੋਂ ਹੀ ਮਿਲੇਗਾ। ਪਰ ਜੇ ਕਿਤੇ ਧਿਆਨ ਨਾਲ ਪੜ੍ਹਨ, ਜਪਜੀ ਸਾਹਿਬ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸਵਾਲ ਕੀਤਾ ਹੈ, ਬੜੇ ਧਿਆਨ ਨਾਲ ਸਰਵਣ ਕਰੋ। ਸਵਾਲ ਕੀ ਕਰਦੇ ਨੇ? ਸਾਹਿਬ ਕਹਿੰਦੇ ਨੇ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਇੱਕ ਸਵਾਲ ਹੈ, ਤੇ ਕਈਆਂ ਨੇ ਇਹ ਵੀ ਅਰਥ ਕੀਤਾ ਕਿ ਅੱਗੇ ਗੁਰੂ ਦੇ ਭੇਟਾ ਕਿਹੜੀ ਰੱਖਣੀ ਹੈ। ਪਰ ਭੇਟਾ ਦੇ ਨਾਲ ਦਿਸਣ ਦਾ ਕੋਈ ਸੰਬੰਧ ਨਹੀਂ ਹੁੰਦਾ। ਫਿਰ ਇਹ ਕਿਉਂ ਆਖਿਆ ਕਿ ਜਿਤ ਦਿਸੈ ਦਰਬਾਰ? ਅਸਲ ਵਿੱਚ ਜਦੋਂ ਬੰਦਾ ਕੋਈ ਹਨੇਰੇ ਵਿੱਚ ਤੁਰਦਾ ਹੈ ਨਾ, ਤੇ ਉਦੋਂ ਉਹਨੂੰ ਰੋਸ਼ਨੀ ਦੀ ਲੋੜ ਪੈਂਦੀ ਹੈ। ਤੇ ਰੋਸ਼ਨੀ ਕਿਹੜੀ? ਜਿਹੜੀ ਅੱਗੇ ਰੱਖ ਕੇ ਤੁਰਦਾ ਹੈ, ਜਿਹੜੀ ਰੋਸ਼ਨੀ ਅੱਗੇ ਰੱਖ ਕੇ ਤੁਰਦਾ ਹੈ। ਕੋਈ ਰਾਤ ਨੂੰ ਦੀਵਾ ਲੈ ਕੇ ਚੱਲਦਾ, ਕੋਈ ਲਾਲਟਨ ਲੈ ਕੇ ਚੱਲਦਾ, ਕੋਈ ਟਾਰਚ ਲੈ ਕੇ ਚੱਲਦਾ। ਤੁਸੀਂ ਰਾਤ ਨੂੰ ਗੱਡੀ ਡਰਾਈਵ ਕਰਦੇ ਹੋ, ਲਾਈਟਸ ਉਹਦੀਆਂ ਉਹ ਆਨ ਕੀਤੀਆਂ ਜਾਂਦੀਆਂ ਜਿਹੜੀਆਂ ਅੱਗੇ ਨੇ। ਕੋਈ ਦੀਵਾ ਅੱਗੇ ਰੱਖ ਕੇ ਤੁਰੇਗਾ, ਜੇ ਦੀਵਾ ਪਿੱਛੇ ਰੱਖਿਆ ਹੋਵੇ ਤੇ ਠੋਕਰ ਖਾ ਜਾਏਗਾ। ਤੇ ਪਾਤਸ਼ਾਹ ਕਹਿੰਦੇ ਨੇ, ਸੰਸਾਰ ਹੈ ਹੀ ਹਨੇਰਾ, ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮ ਜੇਵਰਾ। ਇਹ ਤੇ ਹਨੇਰਾ ਸੰਸਾਰ ਹੈ। ਕਬੀਰ ਸਾਹਿਬ ਨੇ ਵੀ ਕਹਿ ਦਿੱਤਾ, ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਹਨੇਰੇ ਵਿੱਚ ਦੀਵਾ ਚਾਹੀਦਾ। ਤੇ ਹੁਣ ਹਨੇਰਾ ਕਿਹੜਾ ਹੈ? ਇਹ ਹਨੇਰਾ ਹੈ ਅਗਿਆਨਤਾ ਦਾ, ਅਗਿਆਨਤਾ ਦਾ ਹਨੇਰਾ ਹੈ। ਤਾਂ ਹੀ ਤੇ ਮੇਰੇ ਪਾਤਸ਼ਾਹ ਨੇ ਕਿਹਾ, ਸਾਹਿਬ ਕਹਿੰਦੇ ਨੇ, ਜੇ 100 ਚੰਦਾ ਉਗਵੇ ਸੂਰਜ ਚੜੇ 1000। ਇੱਕ ਸੂਰਜ ਮਾਣ ਨਹੀਂ ਭਾਵੇਂ ਹਜ਼ਾਰਾਂ ਚੜ ਜਾਣ, ਇੱਕ ਚੰਦਰਮਾ ਮਾਣ ਨਹੀਂ ਭਾਵੇਂ ਸੈਂਕੜੇ ਹੀ ਚੜ ਜਾਣ। ਤੇ ਪਾਤਸ਼ਾਹ ਕਹਿੰਦੇ ਨੇ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ। ਕਿਉਂ? ਕਿਉਂਕਿ ਸੂਰਜ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ, ਚੰਦਰਮਾ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ। ਤੇ ਹਨੇਰਾ ਕਿੱਥੇ ਹੈ ਜੀ? ਹਨੇਰਾ ਬੰਦੇ ਦੇ ਅੰਦਰ ਹੈ, ਅਗਿਆਨਤਾ ਦਾ ਹਨੇਰਾ ਅੰਦਰ ਹੈ। ਤੇ ਮੈਂ ਇੱਕ ਬੇਨਤੀ ਹੋਰ ਤੁਹਾਡੇ ਨਾਲ ਸਾਂਝੀ ਕਰਾਂ। ਮਨੁੱਖ ਦੀ ਯਾਤਰਾ ਅੰਦਰੋਂ ਹੀ ਬਾਹਰ ਨੂੰ ਚੱਲਦੀ ਹੈ। ਜੋ ਬੰਦੇ ਦੇ ਅੰਦਰ ਹੈ ਨਾ ਜੀ, ਉਹ ਬਾਹਰ ਪ੍ਰਗਟ ਹੁੰਦਾ ਜੀ। ਜਿਸ ਮਨੁੱਖ ਦਾ ਅੰਦਰ ਪ੍ਰਕਾਸ਼ਮਾਨ ਹੈ ਨਾ, ਉਹ ਦੂਜਿਆਂ ਨੂੰ ਵੀ ਰੋਸ਼ਨੀ ਵੰਡੇਗਾ। ਤੇ ਜਿਸ ਮਨੁੱਖ ਦੇ ਅੰਦਰ ਹਨੇਰਾ ਹੈ, ਉਹਨਾਂ ਨੇ ਅੱਜ ਤੱਕ ਦੁਨੀਆ ਤੇ ਹਨੇਰ ਹੀ ਵਰਤਾਇਆ, ਜਿਨ੍ਹਾਂ ਦੇ ਅੰਦਰ ਹਨੇਰਾ ਹੈ। ਕਿਉਂਕਿ ਯਾਤਰਾ ਅੰਦਰੋਂ ਬਾਹਰ ਨੂੰ ਹੈ। ਜਿਸ ਮਨੁੱਖ ਦੇ ਅੰਦਰ ਈਰਖਾ ਦੀ ਅੱਗ ਹੈ, ਉਹ ਜਦੋਂ ਗੱਲ ਕਰਦਾ ਨਾ ਤੇ ਦੂਜੇ ਨੂੰ ਸਾੜ ਕੇ ਸਵਾਹ ਕਰੀ ਜਾਂਦਾ ਹੈ। ਮੈਂ ਉਹ ਵੀ ਥਾਵਾਂ ਵੇਖੀਆਂ ਜਿੱਥੇ 12 ਮਹੀਨੇ ਸਨੋ ਪਈ ਰਹਿੰਦੀ ਹੈ। ਉੱਥੇ ਵੀ ਲੋਕ ਈਰਖਾ ਦੇ ਭਰੇ ਹੋਏ
ਗੱਲ ਕਰਦੇ ਨੇ ਤੇ ਨਿਰੀ ਅੱਗ ਹੀ ਸੁੱਟਦੇ ਨੇ ਬਾਹਰ। ਕਾਰਨ ਕੀ ਹੈ ਕਿ ਬਾਹਰ ਭਾਵੇਂ ਬਰਫ਼ ਪਈ ਏ, ਯਾਤਰਾ ਤੇ ਅੰਦਰੋਂ ਬਾਹਰ ਨੂੰ ਚੱਲਦੀ ਹੈ ਨਾ, ਅੰਦਰ ਤੇ ਈਰਖਾ ਦੀ ਅੱਗ ਭਰੀ। ਤੁਸੀਂ ਪਾਣੀ ਨੂੰ ਜਿੰਨਾ ਮਰਜ਼ੀ ਬੋਇਲ ਕਰ ਲਓ, ਅੱਗ ਤੇ ਪਾਵਾਂਗੇ ਅੱਗ ਨੂੰ ਬੁਝਾ ਦਿੰਦਾ। ਕਿਉਂ? ਕਿਉਂਕਿ ਬਾਹਰੋਂ ਗਰਮ ਕੀਤਾ, ਅੰਦਰ ਤੇ ਸ਼ੀਤਲਤਾ ਹੈ ਨਾ। ਤੇਲ ਨੂੰ ਜਿੰਨਾ ਮਰਜ਼ੀ ਰੈਫਰੀਜਰੇਟਰ ਵਿੱਚ ਰੱਖ ਕੇ ਤੁਸੀਂ ਠੰਡਾ ਕਰ ਲਓ, ਅੱਗ ਤੇ ਪਾਣ ਦੀ ਡੇਰੇ ਭਾਂਬੜ ਮੱਚ ਜਾਂਦੇ ਨੇ, ਕਿਉਂਕਿ ਉਹਨੂੰ ਬਾਹਰੋਂ ਠੰਡਾ ਕੀਤਾ ਹੈ। ਯਾਤਰਾ ਤੇ ਅੰਦਰੋਂ ਬਾਹਰ ਨੂੰ, ਅੰਦਰ ਤੇ ਅੱਗ ਹੈ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੋਵੇਗਾ। ਪਹਿਲਾਂ ਪਹਿਲਾਂ ਨਾ ਜਿਹੜੇ ਨਾਮ ਰਸੀਏ ਸਨ ਮਹਾਂਪੁਰਸ਼, ਉਹਨਾਂ ਕੋਲ ਮਾਤਾਵਾਂ ਨੇ ਆਪਣੇ ਪੋਤਿਆਂ ਨੂੰ ਲੈ ਕੇ ਜਾਣਾ, ਦਾਦੀਆਂ ਨੇ, ਮਾਵਾਂ ਨੇ ਆਪਣੇ ਪੁੱਤਰਾਂ ਨੂੰ ਲੈ ਕੇ ਜਾਣਾ, ਬਈ ਆ ਫੋਨ ਬੰਦ ਕਰੋ। ਉਹਨਾਂ ਨਾ ਜਦੋਂ ਲੈ ਕੇ ਜਾਣਾ ਤੇ ਕਹਿਣਾ ਕਿ ਬਾਬਾ ਜੀ, ਉਹ ਕਹਿਣਾ ਬਾਬਾ ਜੀ ਬੱਚੇ ਨੂੰ ਥਾਪੜਾ ਦਿਆ ਜੇ। ਬੜੇ ਧਿਆਨ ਨਾਲ ਸਰਵਣ ਕਰੋ। ਉਹਨਾਂ ਕਹਿਣਾ ਬੱਚੇ ਨੂੰ ਥਾਪੜਾ ਦਿਓ। ਤੇ ਸਾਡੇ ਲੋਕੀ ਅੱਜ ਬੜਾ ਕਿੰਤੂ ਪਰੰਤੂ ਕਰਦੇ, ਲਓ ਜੀ ਇਹ ਤੇ ਕਰਮ ਕਾਂਡ ਹੀ ਹੈ ਜੀ, ਇਹਦੇ ਨਾਲ ਕੀ ਹੁੰਦਾ? ਨਹੀਂ ਪਿਆਰਿਓ, ਜਿਸ ਮਹਾਂਪੁਰਸ਼ ਦਾ ਅੰਦਰ ਬਾਣੀ ਪੜ੍ਹ ਪੜ੍ਹ ਕੇ ਨਿਰਮਲ ਹੋ ਗਿਆ ਨਾ, ਉਹਦੇ ਹੱਥਾਂ ਵਿੱਚੋਂ ਜਿਹੜੀਆਂ ਰੇਜ਼ ਨਿਕਲਦੀਆਂ ਨੇ, ਉਹ ਜਿਹਦੇ ਤੇ ਪੈਂਦੀਆਂ ਨੇ ਉਹਨੂੰ ਨਿਰਮਲ ਕਰ ਦਿੰਦੀਆਂ। ਉਸ ਮਹਾਂਪੁਰਸ਼ ਦੀ ਦ੍ਰਿਸ਼ਟੀ ਐਸੀ ਹੈ, ਜਿਹਦੇ ਤੇ ਵੀ ਪਏਗੀ ਨਾ ਉਹਨੂੰ ਨਿਰਮਲ ਕਰ ਦੇਵੇਗੀ। ਅਸੀਂ ਕਹਿੰਦੇ ਆ ਨਾ ਕਿ ਬੁਰੀ ਨਜ਼ਰ ਦਾ ਪ੍ਰਭਾਵ ਪੈਂਦਾ, ਤੇ ਜੇ ਬੁਰੀ ਦਾ ਪੈਂਦਾ ਫਿਰ ਚੰਗੀ ਦਾ ਕਿਉਂ ਨਹੀਂ ਪੈਂਦਾ? ਚੰਗੀ ਦਾ ਵੀ ਅਸਰ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪੜੀ ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਨੇ ਸਰੀਰ ਕਿਹਦਾ ਵਿਚਾਰਾ ਹੈ? ਕੋਈ ਜਪਣ ਵਾਲਾ ਬੈਠਾ ਹੋਵੇ ਸਹੀ, ਪੂਰਾ ਨਗਰ ਹੀ ਪਵਿੱਤਰ ਕਰ ਦੇਵੇਗਾ। ਐਸਾ ਉਰਾ ਬਣਦਾ, ਐਸੀਆਂ ਰੇਜ਼ ਨਿਕਲਦੀਆਂ ਨੇ ਕਿ ਉਹ ਜਿੱਥੇ ਵੀ ਬੈਠਾ ਨਾ, ਜਿਹੜਾ ਵੀ ਉਹਦੇ ਓਰੇ ਵਿੱਚ ਆ ਗਿਆ ਉਹ ਹੀ ਨਿਰਮਲ ਹੋ ਜਾਏਗਾ। ਯਾਤਰਾ ਅੰਦਰੋਂ ਬਾਹਰ ਨੂੰ ਚੱਲੇਗੀ। ਤੇ ਜਿਨ੍ਹਾਂ ਦੇ ਅੰਦਰ ਅੱਗ ਹੈ, ਕੈਲਾਸ਼ ਪਰਬਤ ਤੇ ਵੀ ਭਸਮਾਸੁਰ ਨਜ਼ਰ ਆਉਂਦਾ ਹੈ, ਪਰ ਕੋਈ ਬੈਠਾ ਹੋਵੇ ਤਤੀ ਤਵੀ ਤੇ, ਰਸਨਾ ਤੋਂ ਇੱਕ ਵੀ ਕੌੜਾ ਬੋਲ ਨਹੀਂ। ਰਸਨਾ ਤੋਂ ਬੋਲ ਕਿਹੜੇ ਨੇ? ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਿਉਂ? ਕਿਉਂਕਿ ਅੰਦਰ ਨਿਰਮਲ ਹੋ ਗਿਆ, ਅੰਦਰ ਸੀਤਲਤਾ ਹੈ ਬਾਣੀ ਦੀ। ਯਾਤਰਾ ਜਿਹੜੀ ਹੈ ਉਹ ਅੰਦਰੋਂ ਬਾਹਰ ਨੂੰ ਚੱਲੇਗੀ। ਮਨੁੱਖ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ। ਜੋ ਅੰਦਰ ਹੈ ਨਾ, ਉਹ ਜ਼ਬਾਨ ਰਸਤੇ ਮਨੁੱਖ ਦੇ ਬਾਹਰ ਆ ਜਾਏਗਾ। ਯਾਤਰਾ ਅੰਦਰੋਂ ਬਾਹਰ ਨੂੰ ਚੱਲੇਗੀ। ਤੋ ਗੁਰੂ ਸਵਾਰਿਓ, ਮੈਂ ਬੇਨਤੀ ਕਰ ਰਿਹਾ ਸੀ ਕਿ ਮਨੁੱਖ ਦੇ ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ ਹੈ। ਕਿਉਂ? ਕਿਉਂਕਿ ਅੰਦਰ ਹਨੇਰ ਹੈ। ਜਿਹਦੇ ਅੰਦਰ ਹਨੇਰ ਹੈ ਉਹ ਬਾਹਰ ਹਨੇਰ ਵਰਤਾਏ। ਸਾਡੇ ਦੇਸ਼ ਦਾ ਇੱਕ ਮਹਾਨ ਸ਼ਾਇਰ ਹੋਇਆ ਮੀਰ, ਉਸਨੇ ਬੜੀਆਂ ਪੁਸਤਕਾਂ ਲਿਖੀਆਂ, ਬੜੀਆਂ ਕਵਿਤਾਵਾਂ ਲਿਖੀਆਂ। ਤੇ ਜਦੋਂ ਆਖਰੀ ਸਮਾਂ ਸੀ ਨਾ, ਚੇਲੇ ਸਾਰੇ ਇਕੱਠੇ ਹੋ ਕੇ ਆਏ ਤੇ ਕਹਿਣ ਲੱਗੇ, ਉਸਤਾਦ ਜੀ ਤੁਸੀਂ ਸੰਸਾਰ ਤੋਂ ਜਾ ਰਹੇ ਹੋ, ਤੁਸੀਂ ਤੇ ਬੜੇ ਪ੍ਰਸੰਨ ਚਿੱਤ ਹੋ ਕੇ ਜਾ ਰਹੇ ਹੋਵੋਗੇ, ਤੁਸੀਂ ਜੋ ਲਿਖਣਾ ਸੀ ਲਿਖ ਲਿਆ, ਜੋ ਬੋਲਣਾ ਸੀ ਬੋਲ ਲਿਆ। ਤੇ ਉਸ ਦੀਆਂ ਅੱਖਾਂ 'ਚ ਆਂਸੂ ਆ ਗਏ। ਉਸਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ, ਨਹੀਂ मीर इस जिंदगी से खुशी नहीं हुई। कहता मैनू इस जिंदगी तो खुशी नहीं मिल सकी, इस जिंदगी से खुशी नहीं हुई। पूछया क्यों? कहने लगे जहां रोशनी होनी थी रोशनी नहीं, जिथे रोशनी होनी चाहिए सी ना उत्थे ते होई कोई नहीं। हुण मेरे पातशाह जी कहंदे ने फेर के अगे रखिए जित दिसै दरबार। केड़ी चीज अगे रखांगे जिहदे नाल दरबार दिस पवे। हनेरे विच तुरना ते केड़ी चीज अगे रखेगा? दरबार केड़ा जिहड़ा रोज पढ़दे हो, सो दर केहा सो घर केहा जित बह सर्ब संभाले। वो दरबार तक पहुंचना ते कहंदे ने केड़ी चीज अगे रखेगा जिहदे नाल तैनूं दरबार दिस पवे।
ਤੇ ਫਿਰ ਨਾਲ ਇੱਕ ਸਵਾਲ ਹੋਰ ਕਰ ਦਿੱਤਾ। ਉਹ ਸਵਾਲ ਕਿਹੜਾ? ਕਹਿੰਦੇ ਨੇ ਮੋਹੋਂ ਕਹਿ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਕਹਿੰਦੇ ਨੇ ਪਿਆਰਿਆ, ਪਹਿਲੀ ਗੱਲ ਤੇ ਹੈ ਕਿ ਜੇ ਤੈਨੂੰ ਦਰਬਾਰ ਦਿਸ ਪਵੇ ਤੇ ਫਿਰ ਉੱਥੇ ਜਾ ਕੇ ਤੂੰ ਬੋਲ ਕਿਹੜੇ ਮੂੰਹੋਂ ਬੋਲਣੇ ਨੇ ਜਿਨ੍ਹਾਂ ਨੂੰ ਸੁਣ ਕੇ ਉਸ ਪਰਮਾਤਮਾ ਦਾ ਤੇਰੇ ਨਾਲ ਪਿਆਰ ਬਣ ਜਾਏ। ਮੂੰਹੋਂ ਕਹਿ ਬੋਲਣ ਬੋਲੀ। ਕਈ ਵਾਰੀ ਬੰਦਾ ਰਸਨਾ ਤੋਂ ਬੋਲ ਐਸੇ ਬੋਲਦਾ ਕਿ ਜਿਹੜੇ ਸੱਜਣ ਹੁੰਦੇ ਨੇ ਨਾ ਉਹ ਵੀ ਦੁਸ਼ਮਣ ਬਣ ਜਾਂਦੇ ਨੇ। ਹੈ ਤੇ ਬੋਲ ਹੀ ਨੇ। ਸਾਹਿਬ ਕਹਿੰਦੇ ਨੇ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕਾ ਫਿੱਕੀ ਸੋਏ, ਫਿੱਕਾ ਦਰਗਹਿ ਸਟੀਐ ਮੂੰਹ ਥੁੱਕਾ ਫਿੱਕਾ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ। ਹੈ ਤੇ ਵੀ ਬੋਲ ਨੇ, ਪਰ ਕਈ ਵਾਰੀ ਬੰਦਾ ਐਸੇ ਬੋਲ ਬੋਲਦਾ ਜਿਹੜਾ ਦੁਸ਼ਮਣ ਬੰਦਾ ਸੀ ਨਾ ਉਹ ਵੀ ਸੱਜਣ ਬਣ ਗਿਆ। ਹੈ ਉਹ ਵੀ ਬੋਲ ਹੀ ਨੇ। ਕਈ ਵਾਰੀ ਕੋਈ ਬੰਦਾ ਅਦਾਲਤ ਵਿੱਚ ਜਾਂਦਾ ਨਾ ਜੀ, ਤੇ ਉੱਥੇ ਜਾ ਕੇ ਜੱਜ ਦੇ ਸਾਹਮਣੇ ਉਹਨੂੰ ਬੋਲ ਨਹੀਂ ਬੋਲਣੇ ਆਏ, ਆਪਣਾ ਕੇਸ ਜਿਹੜਾ ਸੀ ਨਾ ਠੀਕ ਢੰਗ ਨਾਲ ਉਹਨੂੰ ਪੇਸ਼ ਨਹੀਂ ਕਰਨਾ ਆਇਆ, ਉਹ ਬੰਦਾ ਭਾਵੇਂ ਸੱਚਾ ਹੋਵੇ ਨਾ ਝੂਠਾ ਹੋ ਕੇ ਘਰ ਆ ਜਾਏ। ਹੈ ਭਾਵੇਂ ਸੱਚਾ ਸੀ ਪਰ ਗੱਲ ਹੀ ਨਹੀਂ ਕਰਨੀ ਆਈ, ਜੱਜ ਦੇ ਸਾਹਮਣੇ ਆਪਣਾ ਕੇਸ ਨਹੀਂ ਪੇਸ਼ ਕਰ ਸਕਿਆ, ਝੂਠਾ ਹੋ ਕੇ ਘਰ ਆ ਗਿਆ। ਹੁਣ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੈਨੂੰ ਦਰਬਾਰ ਦਿਸ ਪਵੇ ਤੂੰ ਉੱਥੇ ਪਹੁੰਚ ਜਾਏ ਤੇ ਫਿਰ ਤੂੰ ਬੋਲ ਕਿਹੜੇ ਬੋਲਣੇ ਨੇ ਜਿਨ੍ਹਾਂ ਨੂੰ ਸੁਣ ਕੇ ਉਸ ਪਰਮਾਤਮਾ ਦਾ ਤੇਰੇ ਨਾਲ ਪਿਆਰ ਬਣ ਜਾਏ। ਤੇ ਫਿਰ ਮੇਰੇ ਪਾਤਸ਼ਾਹ ਜੀ ਆਪ ਹੀ ਜਵਾਬ ਦਿੰਦੇ ਨੇ, ਕਹਿੰਦੇ ਨੇ ਅੱਗੇ ਕੀ ਰੱਖਣਾ? ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਅੰਮ੍ਰਿਤ ਵੇਲਾ ਅੱਗੇ ਰੱਖ। ਅੱਜ ਅਸੀਂ ਅੰਮ੍ਰਿਤ ਵੇਲੇ ਨਾਲੋਂ ਟੁੱਟ ਗਏ। ਇਹੀ ਕਾਰਨ ਹੈ ਕਿ ਅਸੀਂ ਅੰਮ੍ਰਿਤ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ, ਕਿਉਂਕਿ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਨਾਲ ਬੜੀ ਗਹਿਰੀ ਸਾਂਝ ਹੈ। ਮੇਰੇ ਸਾਹਿਬ ਕਹਿੰਦੇ ਨੇ ਚੌਥੇ ਪਹਿਰੇ ਸੁਬਾਹ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਮ। ਉਹਨਾਂ ਦੀ ਸਾਂਝ ਦਰਿਆਵਾਂ ਨਾਲ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦੇ ਸਨ, ਉਹਨਾਂ ਦੇ ਮਨ ਵਿੱਚ ਵੀ ਤੇ ਮੁਖ ਵਿੱਚ ਵੀ। ਇਹਨੂੰ ਮਨਮੁਖ ਨਹੀਂ ਪੜਨਾ, ਮਨ ਵੱਖਰਾ ਤੇ ਮੁਖ ਵੱਖਰਾ ਹੈ। ਮਨ ਵਿੱਚ ਤੇ ਮੁਖ ਵਿੱਚ ਉਹਨਾਂ ਦੇ ਸਦਾ ਥਿਰ ਰਹਿਣ ਵਾਲਾ ਨਾਮ ਹੁੰਦਾ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜਦੇ ਨੇ। ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਅੱਗੇ ਰੱਖ, ਪਰ ਹੈ ਬੜਾ ਔਖਾ ਜੇ। ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਉਹ ਇੱਕ ਵਚਨ ਕਰਿਆ ਕਰਦੇ ਸਨ। ਉਹ ਕਹਿੰਦੇ ਨੇ ਕਿ ਬੰਦਾ ਧਨ ਦਾ ਤਿਆਗੀ ਹੋ ਸਕਦਾ ਹੈ, ਅਕਸਰ ਹੋ ਜਾਂਦਾ ਹੈ। ਪਰਿਵਾਰ ਦਾ ਤਿਆਗ ਮਨੁੱਖ ਕਰ ਸਕਦਾ ਹੈ, ਧੀਆਂ ਪੁੱਤਰਾਂ ਦਾ ਤਿਆਗ ਕਰ ਸਕਦਾ ਹੈ, ਮਾਇਆ ਦਾ ਤਿਆਗ ਕਰ ਸਕਦਾ ਹੈ, ਪਰ ਕੋਈ ਭਾਗਾਂ ਵਾਲਾ ਜਿਹੜਾ ਅੰਮ੍ਰਿਤ ਵੇਲੇ ਬਿਸਤਰੇ ਦਾ ਤਿਆਗ ਕਰੇ। ਕੋਈ ਭਾਗਾਂ ਵਾਲਾ ਜਿਹੜਾ ਅੰਮ੍ਰਿਤ ਵੇਲੇ ਬਿਸਤਰੇ ਦਾ ਤਿਆਗ ਕਰ ਸਕੇ। ਮਾਨਯੋਗ ਮਸਕੀਨ ਸਾਹਿਬ ਨੂੰ ਇੱਕ ਵਾਰੀ ਕਿਸੇ ਪੁੱਛਿਆ, ਕਹਿਣ ਲੱਗੇ ਗਿਆਨੀ ਜੀ ਇਹ ਦੱਸੋ ਬੰਦੇ ਨੂੰ ਕਦੋਂ ਸੌਣਾ ਚਾਹੀਦਾ ਤੇ ਕਦੋਂ ਜਾਗਣਾ ਚਾਹੀਦਾ? ਤੇ ਮਸਕੀਨ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ। ਕਹਿਣ ਲੱਗੇ ਪਿਆਰਿਓ, ਕੋਈ ਫਲਸਫੀ ਘੋਟਣ ਦੀ ਲੋੜ ਨਹੀਂ, ਬਸ ਇੱਕੋ ਗੱਲ ਪੱਲੇ ਬੰਨ ਲਓ ਕਿ ਜਦੋਂ ਪੰਛੀ ਸੌਂਦੇ ਨੇ ਮਨੁੱਖ ਨੂੰ ਵੀ ਸੌਂ ਜਾਣਾ ਚਾਹੀਦਾ ਹੈ, ਜਦੋਂ ਪੰਛੀ ਜਾਗਦੇ ਨੇ ਮਨੁੱਖ ਨੂੰ ਵੀ ਜਾਗ ਪੈਣਾ ਚਾਹੀਦਾ। ਪਰ ਮਾਫ ਕਰਨਾ, ਪੰਛੀਆਂ ਕੋਲ ਤੇ ਅੰਮ੍ਰਿਤ ਵੇਲਾ ਹੈ ਪਰ ਅੱਜ ਬੰਦੇ ਕੋਲ ਨਹੀਂ ਜੇ ਰਿਹਾ। ਇੱਕ ਬਿਰਧ ਮਾਤਾ ਮੈਨੂੰ ਕਹਿਣ ਲੱਗੀ ਗਿਆਨੀ ਜੀ ਅਰਦਾਸ ਕਰੋ ਹਾਂ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲੇ। ਤੇ ਮੈਂ ਕਿਹਾ ਮਾਂ ਤੂੰ ਇਹ ਅਰਦਾਸ ਕਰਾ ਤੈਨੂੰ ਸਮੇਂ ਸਿਰ ਸੌਣਾ ਮਿਲੇ। ਜੇ ਅੱਧੀ ਰਾਤ ਤੱਕ ਸਾਸ ਵੀ ਕभी ਬਹੂ ਥੀ ਵੇਖਦੀ ਰਹੀ ਤੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ। ਅੱਜ ਸਾਡਾ ਟਾਈਮ ਟੇਬਲ ਵਿਗੜ ਗਿਆ, ਨਾ ਸਾਡਾ ਸੌਣ ਦਾ ਟਾਈਮ ਰਿਹਾ ਤੇ ਨਾ ਜਾਗਣ ਦਾ ਰਿਹਾ। ਇਸੇ ਕਰਕੇ ਅਸੀਂ ਅੰਮ੍ਰਿਤ ਵੇਲੇ ਨਾਲੋਂ ਟੁੱਟ ਗਏ। ਅੱਜ ਸਾਡੇ ਕੋਲ ਅੰਮ੍ਰਿਤ ਵੇਲਾ ਨਾ ਰਿਹਾ ਤੇ ਅੰਮ੍ਰਿਤ ਵੀ ਨਹੀਂ ਰਿਹਾ। ਬੜੀ ਕਿਰਪਾ ਕੀਤੀ ਸੀ ਸਤਿਗੁਰੂ ਜੀ ਨੇ, ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਕੇਵਲ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ, ਨਾਲ ਆਪਣਾ ਰੂਪ ਬਖਸ਼ਿਸ਼ ਕੀਤਾ ਸੀ, ਆਪਣਾ ਰੂਪ ਦਿੱਤਾ ਸੀ। ਔਰ ਸਿੱਖਾ ਤੈਨੂੰ ਤੇ ਮਾਣ ਹੋਣਾ ਚਾਹੀਦਾ ਸੀ ਇਸ ਗੱਲ ਤੇ ਕਿ ਮੇਰੇ ਗੁਰੂ ਨੇ ਮੈਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ, ਪਰ ਅਸੀਂ ਟੁੱਟ ਗਏ। ਆ ਪਿੱਛੇ ਜੇ ਨਾ ਜੀ ਵਰਲਡ ਟ੍ਰੇਡ ਸੈਂਟਰ ਤੇ ਜਦੋਂ ਅਟੈਕ ਹੋਇਆ ਸੀ ਨਾ, ਤੇ ਇੱਕ ਨੌਜਵਾਨ
ਲਗਭਗ 30 ਲੱਖ ਰੁਪਈਆ ਲਾ ਕੇ ਅਮਰੀਕਾ ਦੀ ਧਰਤੀ ਤੇ ਪਹੁੰਚਿਆ। ਅੰਮ੍ਰਿਤਧਾਰੀ ਵੀਰ ਸੀ, ਬੜੇ ਧਿਆਨ ਨਾਲ ਸਰਵਣ ਕਰੋ। ਅਮਰੀਕਾ ਦੀ ਧਰਤੀ ਤੇ ਗਿਆ ਤੇ ਉਧਰੋਂ ਇਹ ਘਟਨਾ ਵਾਪਰ ਗਈ, ਵਰਲਡ ਟ੍ਰੇਡ ਸੈਂਟਰ ਤੇ ਅਟੈਕ ਹੋ ਗਿਆ ਤੇ ਸਿੱਖਾਂ ਨੂੰ ਵੀ ਮੁਸਲਮਾਨ ਸਮਝ ਕੇ ਕਈਆਂ ਨੇ ਉਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕਈ ਉਹਦੇ ਵਿੱਚ ਮਾਰੇ ਵੀ ਗਏ। ਇਸ ਨੌਜਵਾਨ ਵੀਰ ਨੂੰ ਕਿਸੇ ਨੇ ਕੰਮ ਨਹੀਂ ਜੀ ਦਿੱਤਾ। 8 ਮਹੀਨੇ ਇਹ ਫਿਰਦਾ ਰਿਹਾ ਤੇ ਇੱਕ ਦਿਨ ਫਿਰਦਾ ਫਿਰਦਾ ਇੱਕ ਪੰਪ ਤੇ ਚਲਾ ਗਿਆ, ਨਾਲ ਸਰਵਿਸ ਸਟੇਸ਼ਨ ਸੀ। ਇਹ ਕਿਸੇ ਮੁਸਲਮਾਨ ਦਾ ਪੰਪ ਸੀ, ਪਾਕਿਸਤਾਨੀ। ਉਸ ਨੇ ਪੁੱਛ ਲਿਆ, ਕਹਿਣ ਲੱਗਾ ਸਰਦਾਰ ਜੀ ਕਿੱਥੇ ਕੰਮ ਕਰਦੇ ਹੋ? ਇਸ ਨੌਜਵਾਨ ਵੀਰ ਨੇ ਕਿਹਾ, ਕਹਿਣ ਲੱਗਾ 8 ਮਹੀਨੇ ਹੋ ਗਏ ਨੇ, ਇੰਡੀਆ ਤੋਂ ਆਇਆ ਸੀ ਪਰ ਕਿਤੇ ਵੀ ਕੰਮ ਨਹੀਂ ਮਿਲਿਆ। ਉਹ ਕਹਿੰਦਾ ਤੁਸੀਂ ਮੇਰੇ ਕੋਲ ਕੰਮ ਕਰ ਲਓ। ਉਹਨੇ ਕਿਹਾ ਮੈਂ ਕੰਮ ਤੇ ਕਰਾਂਗਾ ਪਰ ਕੱਲ ਨੂੰ ਤੂੰ ਵੀ ਕਹਿ ਦੇਂਗਾ ਕਿ ਕੇਸ ਕਟਾ ਕੇ ਆ। ਮੈਂ ਕੇਸ ਨਹੀਂ ਕਟਾਣੇ, ਇਹ ਗੁਰੂ ਦੀ ਮੋਹਰ ਹੈ। ਮੈਂ ਕੇਸ ਨਹੀਂ ਕਤਲ ਕਰਵਾਣੇ। ਜੇ ਕੰਮ ਦੇਵੇਂ ਤਾਂ ਵੀ ਠੀਕ ਹੈ, ਜੇ ਨਹੀਂ ਤੇ ਤਾਂ ਵੀ ਠੀਕ ਹੈ। ਉਹਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਕੰਮ ਕਰੋ। ਤੇ ਗੁਰੂ ਸਵਾਰਿਓ, ਉਸ ਨੌਜਵਾਨ ਨੇ ਕੰਮ ਕਰਨਾ ਸ਼ੁਰੂ ਕੀਤਾ। ਜਿਸ ਦਿਨ ਉਹਨੂੰ ਤਨਖਾਹ ਦਿੱਤੀ ਸੀ ਨਾ, ਤੇ ਜਿੰਨੀ ਮੁਕਰਰ ਕੀਤੀ ਉਸ ਤੋਂ ਕਾਫੀ ਪੈਸੇ ਉਹਨੇ ਜ਼ਿਆਦਾ ਦਿੱਤੇ। ਤੇ ਜਦੋਂ ਜ਼ਿਆਦਾ ਪੈਸੇ ਦਿੱਤੇ, ਹੈ ਬੜਾ ਇਮਾਨਦਾਰ ਸੀ, ਉਸਨੇ ਕਿਹਾ ਕਿ ਸੱਜਣਾ, ਆਹ ਪੈਸੇ ਤੂੰ ਮੇਰੇ ਨਾਲ ਕੀਤੇ ਸਨ, ਮੇਰੇ ਬਣਦੇ ਨੇ। ਆ ਜਿਹੜੇ ਮੈਨੂੰ ਜ਼ਿਆਦਾ ਪੈਸੇ ਦੇ ਰਹੇ ਆ, ਇਹ ਕਾਹਦੇ? ਉਹਨੇ ਕਿਹਾ ਸਰਦਾਰ ਜੀ, ਜਿਹੜੇ ਗੋਰੇ ਲੋਕ ਨੇ ਨਾ, ਇਹ ਜਿਹੜੀ ਟਿਪ ਦੇ ਕੇ ਜਾਂਦੇ ਨੇ, ਮੈਂ ਉਹ ਪੈਸੇ ਤੈਨੂੰ ਦੇ ਰਿਹਾ। ਤੇ ਉਹ ਕਹਿੰਦਾ ਕਿ ਮੈਨੂੰ ਤਾਂ ਕਦੇ ਕੋਈ ਟਿਪ ਦੇ ਕੇ ਨਹੀਂ ਗਿਆ। ਕਹਿਣ ਲੱਗਾ ਸਰਦਾਰ ਜੀ, ਹਕੀਕਤ ਇਹ ਹੈ ਕਿ ਤੁਹਾਡਾ ਸਰੂਪ ਇੰਨਾ ਸੋਹਣਾ ਹੈ, ਤੈਨੂੰ ਵੇਖ ਕੇ ਸਾਰੇ ਮਾਲਕ ਸਮਝਦੇ ਨੇ, ਮੈਨੂੰ ਨੌਕਰ ਸਮਝ ਕੇ ਟਿਪ ਮੈਨੂੰ ਦੇ ਕੇ ਜਾਂਦੇ ਨੇ। ਤੇਰਾ ਤੇ ਸਰੂਪ ਹੀ ਇੰਨਾ ਸੋਹਣਾ, ਪਰ ਮਾਫ ਕਰਨਾ, ਅਸੀਂ ਤੇ ਆਪ ਹੀ ਆਪਣਾ ਸਰੂਪ ਵਿਗਾੜੀ ਜਾ ਰਹੇ ਹਾਂ। ਇਹ ਤੁਹਾਡੇ ਜੇ ਬਾਹਰਲੀਆਂ ਸਟੇਟਾਂ 'ਚ ਫਰਕ ਹੈ, ਪਰ ਮੈਂ ਵੇਖਿਆ ਪੰਜਾਬ ਵਿੱਚ ਉੱਥੇ ਛੋਟੇ ਛੋਟੇ ਬੱਚਿਆਂ ਦੇ ਵੀ ਭੈਣਾਂ ਕੇਸ ਕਤਲ ਕਰਵਾਈ ਜਾਂਦੀ ਹੈ, ਸਿਰਫ ਕੰਘੀ ਵਾਣ ਤੋਂ। ਈਵਨ ਕਿ ਬੱਚੀਆਂ ਦੇ ਵੀ ਕੇਸ ਕਤਲ ਕਰਵਾ ਦਿੰਦੇ ਤੇ ਉਹਨਾਂ ਦੇ ਹੇਅਰ ਸਟਾਈਲ ਉਹਨਾਂ ਨਾਲ ਮਿਲਾਣਗੇ ਜਿਹੜੇ ਫਿਲਮੀ ਐਕਟਰ ਨੇ। ਤੇ ਕਈ ਕਹਿਣਗੇ ਅੱਜ ਮੇਰਾ ਪੁੱਤਰ ਮੈਨੂੰ ਬੌਬੀ ਦਿਓਲ ਵਰਗਾ ਨਜ਼ਰ ਆਉਂਦਾ ਹੈ, ਮੈਨੂੰ ਰਿਤਿਕ ਰੋਸ਼ਨ ਵਰਗਾ ਨਜ਼ਰ ਆਉਂਦਾ ਹੈ। ਪਰ ਕੋਈ ਭਾਗਾਂ ਵਾਲੀ ਮਾਂ ਹੈ ਜਿਹੜੀ ਆਪਣੇ ਪੁੱਤਰ ਦੇ ਸੀਸ ਤੇ ਸੋਹਣੀ ਜੀ ਦਸਤਾਰ ਸਜਾ ਕੇ ਉਹਦਾ ਮੱਥਾ ਚੁੰਮ ਕੇ ਕਹਿੰਦੀ ਹੋਵੇ ਕਿ ਅੱਜ ਮੇਰਾ ਪੁੱਤਰ ਮੈਨੂੰ ਬਾਬਾ ਫਤਿਹ ਸਿੰਘ ਵਰਗਾ ਨਜ਼ਰ ਆ ਰਿਹਾ ਹੈ, ਮੈਨੂੰ ਬਾਬਾ ਜੋਰਾਵਰ ਸਿੰਘ ਵਰਗਾ ਨਜ਼ਰ ਆ ਰਿਹਾ ਹੈ। ਗੁਰੂ ਸਵਾਰਿਓ, ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਨਾ, ਤੇ ਇੱਕ ਬਚਨ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਸ ਉਤਚਾਰ। ਜਦੋਂ ਸਾਡੇ ਕਿਸੇ ਬੱਚੇ ਦਾ ਵਿਆਹ ਹੁੰਦਾ ਨਾ, ਤੇ ਆਪਾਂ ਭਾਵੇਂ ਬੜੀ ਮੁਸ਼ਕਲ ਨਾਲ ਪੈਸਾ ਕਮਾਉਂਦੇ ਆ, ਪਰ ਪਤਾ ਕੀ ਕਰਦਾ, ਉਹਦੇ ਉੱਪਰੋਂ ਦੀ ਵਾਰ ਕੇ ਸੁੱਟ ਦਿੰਦੇ ਨੇ ਕਿ ਇਹਦੇ ਨਾਲ ਮੇਰਾ ਇੰਨਾ ਕੁ ਪਿਆਰ ਹੈ ਕਿ ਆ ਜਿਹੜੀ ਮਾਇਆ ਮੈਂ ਇੰਨੀ ਮਿਹਨਤ ਨਾਲ ਕਮਾਈ ਹੈ ਨਾ, ਇਹ ਮੇਰੇ ਵਾਸਤੇ ਕੁਝ ਵੀ ਨਹੀਂ, ਤੁੱਛ ਹੈ। ਤੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰ ਹੀ ਤੁਹਾਡੇ ਤੋਂ ਵਾਰ ਦਿੱਤੇ, ਆਪਣੇ ਪੁੱਤਰ ਵਾਰ ਦਿੱਤੇ। ਔਰ ਕਿਹਾ ਸੀ ਕਿ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅੱਜ ਸਿੱਖ ਕਿਸ ਪਾਸੇ ਨੂੰ ਤੁਰ ਪਿਆ? ਅੱਜ ਨਾ ਸਾਡੇ ਕੋਲ ਬਾਣੀ ਰਹੀ ਤੇ ਨਾ ਸਾਡੇ ਕੋਲ ਬਾਣਾ ਹੀ ਰਿਹਾ। ਕਦੇ ਸਮਾਂ ਸੀ ਕਿ ਪੁੱਛਿਆ ਸੀ ਅਬਦਾਲੀ ਨੇ, ਕਹਿਣ ਲੱਗਾ ਇਹਨਾਂ ਕੋਲ ਏਡੀ ਕਿਹੜੀ ਤਾਕਤ ਹੈ? ਮੈਂ 3 ਲੱਖ ਮਰਹਟਿਆਂ ਦਾ ਲੱਕ ਤੋੜ ਦਿੱਤਾ, ਕਦੇ ਉੱਠ ਨਹੀਂ ਸਕੇ। ਪਰ ਇਹ ਪਤਾ ਨਹੀਂ ਕਿਸ ਚੀਜ਼ ਦੇ ਬਣੇ ਨੇ ਕਿ ਮੈਂ ਹਿੰਦੁਸਤਾਨ ਨੂੰ ਲੁੱਟ ਕੇ ਜਾਣਾ ਤੇ ਇਹ ਲਾਹੌਰ ਤੱਕ ਜਾਂਦਿਆਂ ਮੈਨੂੰ ਖਾਲੀ ਕਰ ਦਿੰਦੇ ਨੇ। ਇਹ ਹੈਣ ਕੌਣ? ਤੇ ਜਵਾਬ ਮਿਲਿਆ ਸੀ, ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਕਹਿੰਦੇ ਇਹਨਾਂ ਨੂੰ ਆਬੇ ਹਯਾਤ,
ਆਪ ਕਹਿੰਦੇ ਨੇ ਪਾਣੀ ਨੂੰ ਹਯਾਤ ਕਹਿੰਦੇ ਨੇ, ਜੀਵਨ ਨੂੰ, ਜ਼ਿੰਦਗੀ ਨੂੰ ਕਹਿੰਦੇ ਨੇ। ਉਹ ਪਾਣੀ ਦਿੱਤਾ ਜਿਹਦੇ ਨਾਲ ਇਹਨਾਂ ਨੂੰ ਜੀਵਨ ਮਿਲ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਆ ਅੰਮ੍ਰਿਤ। ਅੰਮ੍ਰਿਤ ਤੋਂ ਭਾਵ ਕੀ ਹੈ? ਜਿਹੜਾ ਮੌਤ ਤੋਂ ਰਹਿਤ ਕਰ ਦਿੰਦਾ, ਮੌਤ ਤੋਂ ਰਹਿਤ। तो कहने लगे मुर्शिद इनका वली भयो है, इनको आबे हयात दयो है। ऐसी गयो कलाम बताए हैं, जिससे सुधा बनाए लए हैं। कहते ने ऐसी कलाम इन्हां नूं मुर्शिद दे गया, जिहदे नाले सुधा कहते ने पानी नूं। ऐसा पानी तैयार करते ने, ऐसा अमृत तैयार करते ने। ऐसी गयो कलाम बताए हैं, जिससे सुधा बनाए लए हैं। गजब असर तिसका हम देखा, पीवत होवत सिंह बसेखा। कहते ने ऐसा असर है उदा कि पीण दे नाल जिहड़े बुझदल ने ना, वो भी शेर बन जाते हैं। अवर सबन को जीव 84, मानते आप ताए अविनाशी। कहते ने अबदाली नूं कहन लगा, तेरे वर्गे सारियां नूं 84 दा माल समझदे ने ते अपने आप नूं अविनाशी कहते ने। भी खालसा कदे भी मुक्कण वाला नहीं, कदे नाश होने वाला नहीं। ऐसी करामात है इस अमृत विच। पर अज तो मैं वेख्या बंदा इन्ना गोली तो नहीं जे डरदा जिन्ना अमृत तो डरदा है। जे किते मैं अमृत छक लिया तो पता नहीं की हो जाना। कई कहणगे जी छक लवांगे, अजे मैं पोतरे दा विआह करना है। दसो पोतरे दा विआह भी अमृत दे विच डिचण बन गया। कई कहणगे मेरे कोल रहत नहीं रहनी। गुरु सवारियो, रहत तुसी नहीं रखनी, रहत ते गुरु ने रखानी है। जदों बच्चा स्कूल च दाखल हो जाता है ना, उदों फिर टीचर की जिम्मेवारी बनती है कि मैं इहनूं किवें इहदियां क्लासां पास करवाणियां ने। इस करके दाखला है गुरु दे घर विच। और यह भी मैं बेनती करां कि भावें बंदा जिथे मर्जी भज लै, जिन्नी मर्जी सेवा कर ली। भाई डल्ले ने बड़ी सेवा की सी गुरु गोबिंद सिंह महाराज की। ते एक मंग मंगी सी, कहन लगा महाराज किरपा कर दिओ, बस अगे पीढ़ी जिन्नी थां दे दिया जे अपने चरनां च। ते गुरु गोबिंद सिंह महाराज ने कहा सी, डल्लिया तू धन दौलत नाल सेवा कीती है, धन दे अंबार ला देंगा। तू अनाज दे नाल सेवा कीती है, जिन्ना अनाज कहें तेनू मिल जाएगा। पर जे तू आखे ना पीढ़ी जिन्नी थां, तेनू चरनां च पीढ़ी जिन्नी थां नहीं वो मिलती। महाराज क्यों? कहन लगे जे पीढ़ी जिन्नी थां लैनी है ना, तो फिर खंडे बाटे दी पौल लैके गुरु वाला बन पैना। महाराज उहदे नाल की होवेगा? कहन लगे तेरे ते गुरु गोबिंद सिंह राजी हो जाएगा, तेरे ते गुरु दी खुशी होवेगी जे तू खंडे बाटे दी पौल लैंगा। पर मैं फिर बेनती करा, जिन्हां नूं इस गल दी समझ पै गई, जिन्हां दा गुरु नाल प्यार बन गया। गुरु गोबिंद सिंह महाराज भाई साहब भाई नंद लाल जी नूं कहन लगे, नंद लाल मैं तेरे ते बहुत प्रसन्न हां, तू जो मंगे तेनू दे दिया। ते भाई साहब भाई नंद लाल जी ने ना जी हाथ जोड़ के कहन लगे, महाराज तुहाडा दिता बहुत कुछ है, हुण कोई मंगण दी पिछे खाश रह ही नहीं गई। कहन लगे नहीं नंद लाल तू कुछ मंग लै। जदों तीसरा बचन कीता ना, ते भाई साहब भाई नंद लाल जी ने एक मंग मंगी। वो मंग केड़ी सी? कहन लगे, दाता तुसी आप ही कहंदे हो कि सवासां दा कोई भरोसा नहीं, किहड़े वेले डोरी टुट जानी। महाराज एक किरपा करो, जदों मेरे सवासां दी डोरी टुट जाए, मेरे तन नूं चिखा ते रख के लांबू ला दिता जाए, उस चिखा दी आखिरी लाट बुझ जाए, ते महाराज फिर किरपा करियो हवा नूं आखियो जरा भाणे विच वगे। साहब ने घुट के छाती न लाया, नंद लाल मैं समझ गया, पर सिखां नूं अपनी जबानी समझा, कल नूं कोई ये ना आखे पता नहीं गुरु गोबिंद सिंह ने कोलों ही गल बनाई। कहन लगे महाराज मैं इस करके कहना
कि जदों इस तन सवासां दी डोरी टुट गई, मेरे तन नूं चिखा ते रख के लांबू ला दिता गया, आखरी लाट भी बुझ गई, मेरे तन दी सवाह बन गई। हवा नूं आखियो जरा सहज विच वगे। पुछया क्यों? कहन लगे जेड़ा नंद लाल सारी जिंदगी गुरु गोबिंद सिंह दे बूहे ते बैठा रहा, मेरी सवाह भी उड़ के किते गैरां दे बूहे ते ना तुरी फिरे। मेरी सवाह भी किते होर नहीं जानी चाहिए। तो गुरु सवारियो, सिख ने गुरु दा हुक्म मनना है। और गुरु दा हुक्म की है कि सिखा तेरे कोल बाणी होवे, तेरे कोल बाणा होवे। गुरु दा हुक्म की है? पातशाह जी कहते ने सिखा तेरे कोल अमृत होवे, तेरे कोल अमृत वेला होना चाहिए। मेरे पातशाह जी क्या आप जवाब देंदे ने, कहंदे ने अमृत वेला अगे की रखना? अमृत वेला ते सच नाओ वडियाई विचार। ये बोल बोलने ने केड़े? सच्चे नाम दियां वडियाइयां दी विचार करनी है, भाव ओदी सिफत सलाह करनी है अमृत वेले उठ के। ते गुरु सवारियो, जिन्नू ये सिफत सलाह करन दी जाच आ जाए ना, मेरे पातशाह जी कहंदे ने जिसनू बख्शे सिफत सलाह नानक पातशाही पातशाह, वो तो शहनशाह दा शहनशाह हो जाता है। तू सच्चा साहिब सिफत सवालियों जिन कीती सो पार पिया। अमृत वेले उठ के ओदी सिफत सलाह करिए। असी बाणी ते बाणे दे धारणी होइए। साडे अंदर बाणी होवे ते साडे कोल बाहर बाणा होवे। आ कईयां नूं कहिए ना अमृत छक लो, ते पता की कहणगे? बंदे दा मन साफ होना चाहिए, अमृत छकन दी की लोड़? मन साफ होना चाहिए। मैनू अज तक नहीं जे समझ आई किहड़ा मीटर ला के बेंदे ने कि मन साफ ही। गुरु गोबिंद सिंह महाराज का मन साफ नहीं सी, जिन्ना पंजां कोलों आप झोली अड्ड के अमृत मंगया और क्या सी अमृत मैनू भी दिओ गुरु खालसा जी। गोबिंद आख्या पंजां प्यारियां नू, मैनू उस ते इश्क दी चढ़े रंगण, मैं भी मान ला रब्बी हिलारियां नू। ते सिंघा आख्या पता ये नहीं जे सौदा पिया किस भावण जा रहा नू, ना ये मुफ्त मिलिया ना ये मुफ्त देना, ये मिलदा सिरां दे बोबियां तारियां नू। ते गोबिंद आख्या रब गवाह मेरा, मैं बोले बोलां ते पूरने पा दियांगा। तुसां सीस दिता है अमृत लई सिंघो, मैं ते कुल सरबंस लटा दियांगा। मैं सरबंस कुर्बान कर दियांगा, मैनू अमृत दी दात जरूर दिओ। अज भी लोड़ है गुरु सवारियो, अज खंडे बाटे दी पौल तैयार होनी। ते जेड़े जेड़े अजे गुरु के जहाज नहीं ना चढ़े, वड्डे भागां वाले बनो। समा है असी गुरु वाले बणीए ते गुरु दियां बख्शिशां साडी झोली विच पैण। फिर लोक सुखीए परलोक सुहेले, नानक हर प्रभ आपे मेले वाली अवस्था बनेगी। भुल्लां चुकां दी खिमा। कोटान कोट धन्नवाद धन धन साहिब श्री गुरु ग्रंथ साहिब महाराज जी दा। आप गुरु सवारियां संगतां दा बहुत बहुत धन्नवाद। प्रबंधक वीरां दा धन्नवाद। गुरु रामदास पातशाह जी दे पावन दरबार दे कीर्तनीए बहुत ही मिठ बोलड़े सुभाव वाले और बड़ी मिठी आवाज दे मालिक भाई साहब भाई कुलदीप सिंह जी पहुंच चुके ने। उन्हां मालिक दी कीर्ति द्वारा सानू करते नाल जोड़ना है। भुल्लां चुकां दी खिमा जी बुलाओ फतेह। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ये सन सत्कारयोग भाई साहब भाई जसविंदर सिंह जी।